बच्चा पार्टी की हाल चाल। दिस इज हलीम कौर, तुसी अपने प्यारे इस चैनल लर्न विद हलीम कौर ते आज ਆਪਾਂ ਸਟਾਰਟ ਕਰਨਾ ਆ 10th ਕਲਾਸ ਦਾ ਮੈਥਸ ਫਰਸਟ ਚੈਪਟਰ ਅੱਜ ਸਟਾਰਟ ਕਰਾਂਗੇ, दैट इज ਰੀਅਲ ਨੰਬਰਸ। ਸਭ ਤੋਂ ਈਜ਼ੀ ਚੈਪਟਰ ਆ ਪੂਰੇ ਸਿਲੇਬਸ ਦੇ ਵਿੱਚੋਂ ਔਰ ਇਹਦੇ ਵਿੱਚੋਂ ਕੁਝ ਹੀ ਕੁਐਸਚਨਸ ਹੈ ਜੋ ਪੇਪਰ ਵਿੱਚ ਫॉर श्योर ਆਉਣੇ ਹੀ ਆਉਣੇ ਆ, चाहे तुसी CBSE बोर्ड तो हो चाहे तुसी पंजाब बोर्ड तो हो, डजंट मैटर। कुछ क्वेश्चंस है जो आने ही आने आ, दैट्स यू नो रिटन समवेयर, किसी ग्रंथ ਵਿੱਚ ਲਿਖਿਆ ਹੋਇਆ ਹੈ ਕਿ ਇਹ ਵਾਲੇ ਕੁਐਸਚਨਸ ਆਉਣਗੇ ਤੇ ਉਹਨਾਂ ਕੁਐਸਚਨਸ ਤੱਕ ਪਹੁੰਚਣ ਦੇ ਵਾਸਤੇ ਆਪਾਂ ਦੋ ਤਿੰਨ ਚੀਜ਼ਾਂ ਸਿੱਖਾਂਗੇ। ਉਹ ਬਹੁਤ ਸੌਖੀਆਂ ਆ, ਛੇਤੀ ਉਹਨਾਂ ਨੂੰ ਸਿੱਖ ਲੈਂਦੇ ਆ। ਲੇਕਿਨ ਅੱਜ ਵਾਲੀ ਵੀਡੀਓ 'ਚ ਆਪਾਂ ਸਿਰਫ ਇੰਟਰੋਡਕਟਰੀ ਪਾਰਟ ਕਰਾਂਗੇ। ਸ਼ਾਇਦ ਤੁਹਾਨੂੰ ਸਾਰਿਆਂ ਨੂੰ ਆਉਂਦਾ ਵੀ ਹੋਊਗਾ ਕਿ ਰੀਅਲ नंबर्स है ਕੀ ਹੈ, ठीक है। तो आई विल डू द इंट्रोडक्शन पार्ट फॉर यू। रेस्ट अगर तुहानू फिर भी कोई कंफ्यूजन होवे यू कैन ड्रॉप कमेंट इन द कमेंट सेक्शन बिलो, फिर आपां वो भी चीज़ जिहड़ी है डिस्कस कर लवांगे, ठीक है। तो लेट्स स्टार्ट। तो रियल नंबर्स जिहड़े है हुंदे की है, रियल नंबर्स वो हुंदे जिन्हां नू आपां नंबर लाइन ते रिप्रेजेंट कर सकते हैं। नंबर्स which can be represented on नंबर लाइन। आई होप तुहानू नंबर लाइन बारे हुण सारिਆਂ ਨੂੰ पता है। 10th क्लास च आके नंबर लाइन बारे ते किसी ਨੂੰ ਦੱਸਣ ਦੀ ਲੋੜ ਨਹੀਂ ਪੈਣੀ ਚਾਹੀਦੀ ਹੈ ਨਾ। ਸੋ ਨੰਬਰ ਲਾइन ਦੇ ਜਿਹੜੇ ਨੰਬਰਸ ਆਪਾਂ ਲਗਾ ਸਕਦੇ ਆ ਉਹਨਾਂ ਨੂੰ ਆਪਾਂ ਰੀਅਲ ਨੰਬਰਸ ਕਹਿੰਦੇ ਆ। ਫॉर एग्जांपल अगर ਤੁਹਾਡੇ ਕੋਲ 2 है 3 है -5 √7 है ना, ਆ ਤੁਹਾਡੇ ਕੋਲ ਕੀ ਹੈ √9, ਇਹ ਸਭ ਕੀ ਹੈ ਤੁਹਾਡੇ ਕੋਲ ਰੀਅਲ ਨੰਬਰਸ ਹੈ, ठीक है जी। ਰੀਅਲ ਨੰਬਰਸ ਬਿਕਾਜ਼ ਐਕਚੁਅਲ ਦੇ ਵਿੱਚ ਐਗਜ਼ਿਸਟ ਕਰਦੇ ਆ, ਆਪਣੀ ਕੋਈ ਇਮੇਜਿਨੇਸ਼ਨ ਨਾਲ ਨਹੀਂ ਬਣੇ ਹੈਗੇ, ਦੇ ਐਕਚੁਅਲੀ ਐਗਜ਼ਿਸਟ, ਠੀਕ ਆ। ਹੁਣ ਇਹਨਾਂ ਦੇ ਟਾਈਪਸ ਦੇਖ ਲੈਂਦੇ ਆ ਕਿਹੜੀਆਂ ਹੋ ਗਈਆਂ। ਦੋ ਟਾਈਪਸ, ਦੋ ਕੈਟਾਗਰੀਜ਼ ਆਪਾਂ ਇਹਨਾਂ ਨੂੰ ਡਿਵਾਈਡ ਕਰਦੇ ਆ। ਫਰਸਟ ਵਨ ਇਜ਼ ਰੈਸ਼ਨਲ, ਸੈਕੰਡ ਵਨ ਇਜ਼ ਇਰਰੈਸ਼ਨਲ, ਠੀਕ ਹੈ। ਹੁਣ ਜਿਹੜੇ ਰੈਸ਼ਨਲ ਨੰਬਰਸ ਆ ਉਹ ਕਿਹੜੇ ਹੁੰਦੇ ਆ? देखो ਜਿਹੜੇ ਨੰਬਰਸ ਨੂੰ ਆਪਾਂ p/q ਦੀ ਫਾਰਮ ਚ ਰਿਪਰੈਜ਼ੈਂਟ ਕਰ ਸਕਦੇ ਆ ਉਹਨਾਂ ਨੂੰ ਆਪਾਂ ਰੈਸ਼ਨਲ ਨੰਬਰਸ ਕਹਿੰਦੇ ਆ। ਹੁਣ p ਤੇ q ਕੀ ਹੈ, ਕੰਡੀਸ਼ਨਸ ਕੀ ਹੈ, ਤੁਸੀਂ ਮਤਲਬ ਚੈੱਕ ਕਿੱਦਾਂ ਕਰਨਾ ਕਿ ਕੋਈ ਨੰਬਰ ਰੈਸ਼ਨਲ ਹੈ ਜਾਂ ਨਹੀਂ ਹੈ। ਪਹਿਲੀ ਕੰਡੀਸ਼ਨ ਹੈ that p ਤੇ q ਦੋਵੇਂ ਕੀ ਹੋਣੇ ਚਾਹੀਦੇ, ਇੰਟੀਜਰਸ ਹੋਣੇ ਚਾਹੀਦੇ ਆ। ਹੁਣ ਇੰਟੀਜਰਸ ਕਿਹੜੇ ਹੁੰਦੇ ਆ? ਪੂਰਾ ਦਾ ਪੂਰਾ ਨੰਬਰ ਹੋਵੇ, है ना, 1 2 3 4 5 6 डेसिमल ਜਾਂ फ्रैक्शन नहीं ਹੁੰਦੇ ਜਿਹੜੇ ਨੰਬਰਸ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆ? ਇੰਟੀਜਰਸ ਕਹਿੰਦੇ ਆ, ਠੀਕ। ਪੋਜ਼ਿਟਿਵ ਵੀ ਹੋ ਸਕਦੇ, ਨੈਗੇਟਿਵ ਵੀ ਹੋ ਸਕਦੇ, ਜ਼ੀਰੋ ਵੀ ਹੋ ਸਕਦੇ, ਨॉन फ्रैक्शनल नंबर्स, ठीक है। नॉन फ्रैक्शंस, जीरो, नेगेटिव, पॉजिटिव, कुछ भी हो सकता है। तो p ਤੇ q मतलब फ्रैक्शन ਦਾ ਜਿਹੜਾ न्यूमरेटर है या डिनोमिनेटर है, ਇਹ ਦੋਨੋਂ ਹੋਣੇ ਕੀ ਚਾਹੀਦੇ ਆ? इंटीजर्स होने चाहिए। पहली कंडीशन ਇਹ। दूसरी है q जीरो नहीं होना चाहिए। हुन q की है डिनोमिनेटर, दैट मीन्स डिनोमिनेटर कैन नेवर बी जीरो। हुन ये जीरो क्यों नहीं हो सकता? बिकॉज ਜਦੋਂ ਆਪਾਂ ਕਿਸੇ ਨੰਬਰ ਨੂੰ ਜ਼ੀਰੋ ਨਾਲ ਡਿਵਾਈਡ ਕਰਦੇ ਆ ਤਾਂ ਆਪਾਂ ਨੂੰ ਨਹੀਂ ਪਤਾ ਉਹ ਨੰਬਰ ਕੀ ਬਣਦਾ ਹੈ ਤੇ ਕੀ ਨਹੀਂ ਬਣਦਾ, ਠੀਕ ਹੈ। ਆਪਾਂ ਉਸ ਚੀਜ਼ ਨੂੰ ਡਿਫਾਈਨ ਨਹੀਂ ਕਰ ਸਕਦੇ ਕਿਉਂਕਿ ਦੇਖੋ ਬੇਟੇ, ਅਗਰ ਤੁਹਾਡੇ ਕੋਲ ਸਪੋਜ਼ ਕਰ ਲਓ 4 ਟੌਫੀਜ਼ ਹੈ ਨਾ, ਛੋਟੇ ਬੱਚਿਆਂ ਵਾਲੀ ਐਗਜ਼ਾਮਪਲ ਦੇਣ ਲੱਗੀਆਂ। ਯੂ ਹੈਵ 4 ਟੌਫੀਜ਼ ਐਂਡ ਤੁਹਾਡੇ ਕੋਲ 2 ਬੱਚੇ ਹੈ, तो इनू तुसी दो हिस्से च बराबर देना है, तो तुसी की करोगे इनू 2 दे नाल डिवाइड कर दोगे, सो यू गेट 2 हियर, है ना। तुहाडे कोल 2 आ गया तो तुसी दोनों बच्चों नू 2 टॉफीज दे दोगे। लेकिन अगर मैं तुहानू कहां कि तुहाडे कोल 4 टॉफीज है और 0 बच्चे है, दैट मीन्स यू हैव टू डिवाइड 4 बाय 0। हुण 0 नू तुसी 1 नाल मल्टी तां भी 0 आ जाना, 0 नू 4 नाल मल्टीप्लाई करोगे तां भी 0 आ जाना, 0 नू 10 नाल मल्टीप्लाई करोगे देन आल्सो यू गेट 0। सो यू आर नेवर एबल टू डिफाइन। ਹੁਣ ਇੱਥੇ ਤੁਹਾਡੇ ਕੋਲ ਫਿਰ 4 ਬਚ ਜਾਣਾ, ਤਾਂ ਤੁਹਾਡੇ ਕੋਲ ਕਦੀ ਆਨਸਰ ਹੀ ਨਹੀਂ ਆ ਪਾਊਗਾ ਕਿ 4/0 ਬਣੇਗਾ ਕੀ। 4/0 ਤੁਹਾਡੇ ਕੋਲ ਨਾਟ ਡਿਫਾਈਨਡ ਹੋ ਜਾਂਦਾ। ਸੋ ਤੁਹਾਡੇ ਕੋਲ ਡਿਨੋਮੀਨੇਟਰ ਹੈ ਜੋ ਉਹ ਕਦੀ ਵੀ 0 ਨਹੀਂ ਹੋ ਸਕਦਾ, ਠੀਕ ਹੈ ਜੀ। तो एग्जांपल्स ਇਹਦੀਆਂ ਫਿਰ ਕੀ ਹੋ ਸਕਦੀਆਂ? व्हाट कैन बी पॉसिबल एग्जांपल्स? देखो सब तो पहले एग्जांपल है ਤੁਹਾਡੇ ਕੋਲ ਬਣ ਜਾਂਦੀ ਕੁਝ ਵੀ, एनी एग्जांपल you may take 3/4, 7/2, 2/8, है ना, that is 1/4 basically, 2/9, -4, -3,
क्योंकि इन्हां दे नीचे भी आपां 1 लगा सकते हैं ना, तो ऊपर भी इंटीजर है थल्ले भी इंटीजर है, ते थल्ले वाला नंबर नॉन जीरो। इनफैक्ट जीरो जिहड़ा है वो भी एक रैशनल नंबर है। किस तरह? जीरो मैं लिख सकते 0/4 है ना, तो आंसर विल बी जीरो। न्यूमरेटर तो जीरो हो ही सकता है ना, तो 0/4 तो बेसिकली जेड़ा जीरो आ तुहाडे कोल रैशनल नंबर आ। 1 2 3 सो ऑन अप टू इनफिनिटी है ना, जो भी सकते हैं दे आर ऑल रैशनल नंबर्स। ठीक है जी। हुण इररैशनल ते वापस आ जाओ। व्हाट आर इररैशनल नंबर्स? व्हिच आर नॉट रैशनल। वेरी सिंपल, नॉट रैशनल। ठीक है जी। जेडे रैशनल नहीं होगे वो की होगे? इररैशनल होगे। रैशनल दी अपने कोल होर कोई डेफिनेशन नहीं है। ਇਹਦਾ मतलब ਰੀਅਲ ਨੰਬਰ ਜਿਹੜੇ ਆ ਉਹਨਾਂ ਨੂੰ ਆਪਾਂ ਨੰਬਰ ਲਾਈਨ ਤੇ ਰਿਪਰੈਜ਼ੈਂਟ ਕਰਨਾ ਸ਼ੁਰੂ ਕੀਤਾ। तो कुछ नंबर ਸੀ ਜਿਹੜੇ ਆਪਾਂ ਰਿਪਰੈਜ਼ੈਂਟ ਕਰ ਦਿੱਤੇ ਜਿਨ੍ਹਾਂ ਨੂੰ ਆਪਾਂ ਰੈਸ਼ਨਲ ਕਿਹਾ। ਹੁਣ ਜਿਹੜੇ ਨੰਬਰ ਬਚ ਗਏ ਸਾਰੇ ਦੇ ਸਾਰੇ ਨੰਬਰ ਇਸ ਨੰਬਰ ਲਾਈਨ ਤੇ ਹੋਣਗੇ ਨਾ, 0 1 2 3 ਸੋ ਔਨ, ਇੱਧਰ ਨੂੰ ਵੀ ਚੱਲੀ ਜਾਣਾ, -1 -2 -3 ਇਸ ਤਰਫ ਨੂੰ ਵੀ ਚੱਲੀ ਜਾਣਾ। तो ਜਿਹੜੇ ਨੰਬਰਸ ਰੈਸ਼ਨਲ ਸੀ ਤੁਸੀਂ ਇੱਥੇ ਰਿਪਰੈਜ਼ੈਂਟ ਕਰ ਲਏ ਹੈ ਨਾ, ਤੁਸੀਂ ਮਾਰਕ ਕਰ ਦਿੱਤੇ ਕਿ ਇਹ ਨੰਬਰ ਰੈਸ਼ਨਲਸ ਹੈ। ਜਿਹੜੇ ਬਚ ਗਏ ਜਿਨ੍ਹਾਂ ਨੂੰ ਤੁਸੀਂ ਨਹੀਂ ਕਹਿ ਪਾਏ ਕਿ ਇਹ ਰੈਸ਼ਨਲ ਨਹੀਂ ਆ ਹੈ ਨਾ, ਜਿਨ੍ਹਾਂ ਨੂੰ ਤੁਸੀਂ ਇਹ ਦੇਖਿਆ ਕਿ ਇਹ ਨੰਬਰ ਰੈਸ਼ਨਲ ਨਹੀਂ ਹੈਗਾ, ਉਹ ਕੀ ਬਣ ਗਏ? ਇਰਰੈਸ਼ਨਲ ਬਣ ਗਏ। ਠੀਕ ਹੈ। ਫॉर एग्जांपल लेट्स टेक द वैल्यू ऑफ √3 है ना। ਹੁਣ √3 ਕੀ ਹੈ? 1.71 ਸਮਥਿੰਗ, ਆਈ ਥਿੰਕ 1.73 ਹੈ, ਚੈੱਕ ਕਰ ਲਿਓ ਇੱਕ ਵਾਰੀ। ਤੇ ਇਹ ਵੈਲਿਊ ਚਲਦੀ ਜਾਂਦੀ ਹੈ। ਹੁਣ ਤੁਸੀਂ ਇਹਨੂੰ ਕਦੀ ਵੀ ਫ੍ਰੈਕਸ਼ਨਲ ਫਾਰਮ ਦੇ ਵਿੱਚ ਨਹੀਂ ਲਿਖ ਪਾਉਂਦੇ है ना, फ्रैक्शन च नहीं लिख पाते, तो ਇਹਦਾ मतलब ਇਹ ਕੀ ਹੈ? रैशनल नहीं है। ठीक है बेटे। तो जिन्ने भी नंबर्स जेडे परफेक्ट स्क्वायर्स नहीं आ, बेसिकली नंबर्स whose square root is not an integer, आही गल बनी ना फिर, not an integers are called irrational। ਇਹ ਬਹੁਤ ਤੁਹਾਨੂੰ ਮੈਂ ਇੱਕ ਸਿੰਪਲ ਜੀ ਡੈਫੀਨੇਸ਼ਨ ਦੇ ਦਿੱਤੀ ਹੈ ਇਹਦੀ, ਜੋ ਸਿਰਫ ਤੁਸੀਂ ਯਾਦ ਰੱਖਣ ਲਈ ਸਮਝਣ ਦੇ ਵਾਸਤੇ ਯੂਜ਼ ਕਰਨੀ ਹੈ ਕਿ ਇਰਰੈਸ਼ਨਲ ਨੰਬਰਸ ਹੁੰਦੇ ਕੀ ਹੈ। ਹੁਣ ਦੇਖੋ ਜਿੱਦਾਂ √3 ਆ, √3 ਦੇ ਜਦੋਂ ਆਪਾਂ ਆਨਸਰ ਲਿਆ, ਇਹਦੀ ਵੈਲਿਊ ਫਾਈਂਡ ਆਊਟ ਕੀਤੀ, ਯੂ ਗੈਟ ਅ ਡੈਸੀਮਲ ਨੰਬਰ। ਲੇਕਿਨ ਅਗਰ ਤੁਸੀਂ √4 ਫਾਈਂਡ ਕਰੋ, ਯੂ ਗੈਟ +2 ਔਰ -2, ਤੁਹਾਡੇ ਕੋਲ ਇੱਕ ਇੰਟੀਜਰ ਵੈਲਿਊ ਆ ਗਈ। ਸੋ √4 ਕੀ ਹੈ? ਤੁਹਾਡੇ ਕੋਲ ਰੈਸ਼ਨਲ ਹੈ। ਇਸੇ ਤਰ੍ਹਾਂ ਅਗਰ ਤੁਸੀਂ √5 ਦੀ ਵੈਲਿਊ ਫਾਈਂਡ ਕਰੋਗੇ, ਯੂ ਵਿਲ ਗੈਟ 2 point something है ना, तो ये ਤੁਹਾਡੇ ਕੋਲ ਕੀ ਬਣ ਗਿਆ? ਫਿਰ ਇਰਰੈਸ਼ਨਲ ਬਣ ਗਿਆ। ठीक है। इसी तरह √6 है, ਉਹਦਾ ਵੀ ਤੁਹਾਡੇ ਕੋਲ ਕੋਈ ਨਾ ਕੋਈ ਡੈਸੀਮਲ ਨੰਬਰ ਆਏਗਾ, तो ਉਹ ਵੀ ਕੀ ਹੈ? ਇਰਰੈਸ਼ਨਲ ਨੰਬਰ ਹੈ। ਕਲੀਅਰ ਹੋਇਆ? तो ਰੀਅਲ ਨੰਬਰਸ ਨੂੰ ਆਪਾਂ ਦੋ ਕੈਟਾਗਰੀਜ਼ ਚ ਡਿਵਾਈਡ ਕੀਤਾ। ਫਰਸਟ ਇਜ਼ ਰੈਸ਼ਨਲ, ਦ ਅਦਰ ਵਨ ਇਜ਼ ਇਰਰੈਸ਼ਨਲ। ਰੈਸ਼ਨਲ ਕਿਹੜੇ ਹੁੰਦੇ ਆ? ਜਿਨ੍ਹਾਂ ਨੂੰ p/q ਦੀ ਫਾਰਮ ਚ ਲਿਖ ਸਕਦੇ ਆ। ਇਰਰੈਸ਼ਨਲ ਕਿਹੜੇ ਹੁੰਦੇ ਆ? ਜਿਹੜੇ ਰੈਸ਼ਨਲ ਨਹੀਂ ਹੁੰਦੇ, ਬੇਸਿਕਲੀ ਉਹਨਾਂ ਨੂੰ ਆਪਾਂ ਫ੍ਰੈਕਸ਼ਨ ਦੀ ਫਾਰਮ ਚ ਨਹੀਂ ਲਿਖ ਸਕਦੇ। और रैशनल होने दी कंडीशंस की आ, न्यूमरेटर डिनोमिनेटर इंटीजर होने चाहिए, लेकिन जेड़ा डिनोमिनेटर है वो कभी भी जीरो नहीं हो सकता। ठीक है बेटे। तो दिस वाज द इंट्रोडक्टरी पार्ट। इस तो अलावा आई वुड लाइक यू टू रिमेंबर इंटीजर्स की हुंदे हैं। इंटीजर्स मैं तुहानू थोड़ी देर पहले दस के हटी हां। नॉन फ्रैक्शनल नंबर्स, नॉन फ्रैक्शनल नंबर्स है ना, -3 -2 -1 -5 0 1 2 3 4 5 इस तरह दोनों पासे फ्रैक्शंस च नहीं आओगे, लेकिन जीरो भी हो सकता है, नेगेटिव भी हो सकता है, पॉजिटिव भी हो सकता है। ठीक है। तो ये हुंदे इंटीजर्स। इस तो अलावा नैचुरल नंबर्स किहड़े हुंदे हैं? ये बेटे बेसिक जियां चीज़ां आ जो तुहानू पता होनियां चाहिदियां आ। ठीक है। नैचुरल नंबर्स हुंदे काउंटिंग नंबर्स। फॉर एग्जांपल अगर मैं ਤੁਹਾਨੂੰ ਪੁੱਛਾਂ ਕਿ ਤੁਹਾਡੀ ਕਲਾਸ 'ਚ ਕਿੰਨੇ ਬੱਚੇ ਹੈ, ਤਾਂ ਤੁਸੀਂ ਕਾਊਂਟਿੰਗ ਕਿੱਥੋਂ ਸਟਾਰਟ ਕਰੋਗੇ? 1 ਤੋਂ ਹੀ ਸਟਾਰਟ ਕਰੋਗੇ। ਤਾਂ ਨੈਚੁਰਲ ਨੰਬਰਸ ਜਿਹੜੇ ਉਹ ਕਾਊਂਟਿੰਗ ਨੰਬਰਸ ਹੈ ਐਂਡ ਦੇ ਸਟਾਰਟ ਫਰਮ 1 ਤੋਂ ਲੈ ਕੇ ਜਿੰਨੇ ਵੀ ਨੰਬਰਸ ਆਉਗੇ ਉਹ ਸਾਰੇ ਆਪਾਂ ਕਿਹੜੀ ਕੈਟਾਗਰੀ 'ਚ ਰੱਖਾਂਗੇ? ਨੈਚੁਰਲ ਨੰਬਰਸ ਦੀ ਕੈਟਾਗਰੀ 'ਚ ਰੱਖਾਂਗੇ। ਨੈਕਸਟ ਇਜ਼ ਹੋਲ ਨੰਬਰਸ। ਨੈਚੁਰਲ ਨੰਬਰਸ ਦੇ ਵਿੱਚ ਇੱਕ 0 ਐਡ ਕਰ ਦਿਓ, मतलब कि ਇਹ 1 ਤੋਂ ਸਟਾਰਟ ਹੁੰਦਾ ਹੈ। ਹੋਲ ਨੰਬਰਸ ਕਿੱਥੋਂ ਸਟਾਰਟ ਹੋ ਜਾਣਗੇ? 0 ਤੋਂ। 0 1 2 3 4 चलते जावांगे, तो ये जेड़ा अपने कोल सेट बनेगा इन्हों आपां की कवांगे? होल नंबर्स कवांगे। ठीक है। इंटीजर्स हो गया, नैचुरल नंबर हो गया, होल नंबर हो गया। इस तो अलावा यू हैव प्राइम नंबर्स है ना, प्राइम नंबर्स जिन्हां दे दो ही फैक्टर हुंदे आ। किहड़े किहड़े?
1 एंड नंबर इटसेल्फ, मतलब जां तां 1 दे टेबल ते आएगा जां अपने टेबल ते आएगा। फॉर एग्जांपल 17 है ना, 17 या तां 1 दे टेबल ते आंदा है 1 17s आर 17, या फिर अपने टेबल ते आंदा है 17 1s आर 17। ठीक है, तो ये दो ही फैक्टर है 23 37 41 43, नेक्स्ट यू कैन टेक 47 एंड सो ऑन, बहुत सारे प्राइम नंबर्स। ठीक है, इस तो इलावा ਤੁਹਾਡੇ ਕੋਲ ਆ ਜਾਂਦੇ ਕੰਪੋਜ਼ਿਟ ਨੰਬਰਸ। ਹੁਣ ਜਿਹੜੇ ਪ੍ਰਾਈਮ ਨਹੀਂ ਹੁੰਦੇ, मतलब ਜਿਹੜੇ ਆਪਣੇ ਟੇਬਲ ਤੇ ਵੀ ਆਉਂਦੇ ਆ, 1 ਦੇ ਟੇਬਲ ਤੇ ਵੀ ਆਉਂਦੇ, ਕਿਸੇ ਹੋਰ ਟੇਬਲ ਤੇ ਵੀ ਆ ਸਕਦੇ ਆ, ਉਹਨਾਂ ਨੂੰ ਆਪਾਂ ਕੀ ਕਵਾਂਗੇ, ਕੰਪੋਜ਼ਿਟ ਨੰਬਰਸ ਕਵਾਂਗੇ। ਫॉर एग्जांपल 4 6 8 9 12 10 13 14 15 14 16 18, ये सारे की कंपोजिट नंबर्स हैं। हुण देखो 4 जेड़ा ये 1 दे टेबल ते भी आंदा है, 2 दे टेबल ते भी आंदा है, अपने टेबल ते भी आंदा है। 6 है 1 दे टेबल ते भी आंदा है, 2 दे टेबल ते भी आंदा, 3 भी 6 भी 8 जेड़ा 1 दे टेबल ते भी आएगा, 2 दे टेबल ते भी आएगा, 4 दे टेबल ते भी आएगा, अपने टेबल ते भी आएगा। सो जिन्हां दे 2 तो ज्यादा फैक्टर्स होण वो की हुंदे कंपोजिट नंबर्स हुंदे। ठीक है, आई होप दिस इज क्लियर। प्राइम नंबर्स, कंपोजिट नंबर्स, बाकी जो कुछ भी मैं तुहानू कराया इन्हां नू चंगी तरह क्लैरिटी रखियो, बिकॉज इन द कमिंग लेक्चर वी आर गोइंग टू डू LCM एंड HCF। ठीक है, तो उन्हां नू करन तो पहले देयर इज वन थिंग दैट यू मस्ट बी वेरी क्लियर विद, फैक्टर्स, दूसरी चीज है मल्टीपल्स। ठीक है, फैक्टर्स की हुंदे ते मल्टीपल्स की हुंदे। देखो बेटे, लेट्स से ਤੁਹਾਡੇ ਕੋਲ ਕੋਈ ਨੰਬਰ ਤੁਸੀਂ ਲੈ ਲਿਆ 24, ਹੁਣ 24 ਕਿਸ ਕਿਸ ਦੇ ਟੇਬਲ ਤੇ ਆਂਦਾ ਹੈ ਨਾ, ਉਹ ਤੁਸੀਂ ਕੀ ਕਰ ਸਕਦੇ ਆ, ਪ੍ਰਾਈਮ ਫੈਕਟਰਾਈਜੇਸ਼ਨ ਕਰਕੇ ਇਸ ਤਰ੍ਹਾਂ ਦੇ ਨਾਲ 2 ਇੱਥੇ ਆਣਾ 12 then 2 6 2 3 3 1, तो 24 ਦੇ ਫੈਕਟਰਸ ਕੀ ਬਣ ਗਏ, ਇੱਕ ਤਾਂ 2 ਹੋ ਗਿਆ, ਇੱਕ 3 ਹੋ ਗਿਆ। you can write 24 is equal to 2 multiply 2 multiply 2 multiply 3। so 24 ਦੇ ਫੈਕਟਰਸ ਕੀ ਹੋ ਗਏ, देखो 2 आ गया, 2 2s are 4 आ गया, 2 2s are 4 2s are 8 आ गया, फिर 3 2s are 6 आ गया। ठीक है, मैं सिंपली इन्हों जस्ट ग्रुपिंग करके मल्टीप्लाई कर रही हूँ, होर नहीं कुछ कर रही। इस तो अलावा 12 आ गया है ना, 4 3s are 12 हो गया, ते दैट्स इट 24 एंड एक 1। तो ये सारे की हो गए वो नंबर्स आ जिन्हां दे टेबल ते 24 आंदा आ, तो इन्हां नूं आपां की कहांगे, दीज आर फैक्टर्स ऑफ 24। ठीक है, ਹੁਣ ਮਲਟੀਪਲਸ ਕੀ ਹੁੰਦੇ ਆ, ਮਲਟੀਪਲਸ ਹੁੰਦੇ ਉਹ ਨੰਬਰ ਜਿਹੜੇ ਉਸ ਨੰਬਰ ਦੇ ਟੇਬਲ ਤੇ ਆਉਣ। ਲੈਟ ਮੀ ਐਕਸਪਲੇਨ ਅਗੇਨ। ਫॉर एग्जांपल ਤੁਸੀਂ 4 ਨੰਬਰ ਲੈ ਲਿਆ ਕੋਈ ਹੈ ਨਾ, ਜਸਟ ਐਨ ਐਗਜ਼ਾਮਪਲ। 4 ਦੇ ਟੇਬਲ ਤੇ ਜਿਹੜੇ ਨੰਬਰ ਆਉਣਗੇ, ਜਿੱਦਾਂ 4 1s are 4 4 2s are 8 4 3s are 12 4 4s are 16 4 5s are 20, ਇਸ ਤਰ੍ਹਾਂ ਚੱਲਦੇ ਜਾਵਾਂਗੇ। तो ਆ ਜਿਹੜੇ ਨੰਬਰਸ ਹੈ ਨਾ, ਇਹ ਕੀ ਹੈ, 4 ਦੇ ਮਲਟੀਪਲ ਹੈ। ठीक है, तो ਜਿਹੜੇ ਟੇਬਲ, ਜਿਨ੍ਹਾਂ ਨੰਬਰਸ ਦੇ ਟੇਬਲ ਤੇ कोई अखर आवे है ना, कोई नंबर आवे, ओ वाले आ वाले नंबर की बनणगे फैक्टर्स, ते जेड़े नंबर इस नंबर दे टेबल दे विच आणगे उन्हां नूं आपां की कहंदे आ मल्टीपल्स। सिंपलेस्ट वे है इन्हां नूं याद रखण दा। फैक्टर्स और मल्टीपल्स तुहानूं पूरी तरह क्लियर होना चाहिए। आउण वाले लेक्चर्स च वी आर गोइंग टू डू HCF एंड LCM। ठीक है, ये चीज़ां जेड़ियां आपां क्लियर करनियां आ, सो बिफोर डूइंग देम you should be very clear with these two things, factors and multiples। ਅੱਜ ਦੇ ਲੈਕਚਰ ਚ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ, ਤੁਸੀਂ ਮੈਨੂੰ ਨੀਚੇ ਕਮੈਂਟ ਕਰਕੇ ਦੱਸ ਸਕਦੇ ਆ। ਪੜਾਉਣ ਦਾ ਤਰੀਕਾ ਜਾਂ ਫਿਰ ਅੱਜ ਦਾ ਲੈਕਚਰ ਵਧੀਆ ਲੱਗਾ ਹੋਵੇ, then kindly like the video, share it with your friends। Now we will meet in the next lecture. Till then, keep learning. Have a good day.